Good morning, ninth class. My name is Mandeep Kaur from Guru Hargobind Public High School, Fatehgarh. Today, we will discuss about your second chapter of economics. The chapter name is People as Resource. Hanji, the chapter is same for both the boards CBSE और PSE भी. चैप्टर दोवां ਲਈ सेम है बट नेम और क्वेश्चन आंसर नहीं जो दैट इज डिफरेंट. दिस इज इन CBSE. CBSE ਦੇ ਵਿੱਚ ਚੈਪਟਰ ਨੇਮ ਹੈ ਪੀਪਲ ਐਜ਼ ਰਿਸੋਰਸ ਔਰ PSEB ਦੇ ਵਿੱਚ ਹੈਗਾ ਬੇਟਾ ਹਿਊਮਨ ਰਿਸੋਰਸਿਸ. ਕਹਿੰਦੇ ਲੈਟ ਅਸ ਸਟਾਰਟ ਵਿਦ ਦੀ ਚੈਪਟਰ ਪੀਪਲ ਐਜ਼ ਰਿਸੋਰਸਿਸ. ਕਹਿੰਦੇ ਇਜ਼ ਐਨ ਐਫਰਟ ਟੂ ਐਕਸਪਲੇਨ ਪੋਪੂਲੇਸ਼ਨ ਐਜ਼ ਐਨ ਐਜ਼ਟ ਫॉर द ਇਕੋਨਮੀ ਰੈਦਰ ਦੈਨ ਅ ਲਾਈਬਿਲਿਟੀ. ਕੀ ਕਹਿੰਦੇ ਆ ਜੀ? ਕਹਿੰਦੇ ਜਿਹੜੇ ਪੀਪਲ ਨੇਗੇ ਉਹ ਰਿਸੋਰਸ ਨੇਗੇ. ਠੀਕ ਹੈ ਜੀ. ਕਹਿੰਦੇ ਇਸ ਚੈਪਟਰ ਦੇ ਥਰੂ ਇਹਨਾਂ ਨੇ ਇਹ ਐਕਸਪਲੇਨ ਕੀਤਾ ਕਿ ਜਿਹੜੀ ਪੋਪੂਲੇਸ਼ਨ ਹੁੰਦੀ ਆ, ਠੀਕ ਹੈ ਜੀ, ਉਹ ਸੰਪਤੀ ਹੁੰਦੀ ਆ ਕਿਸੇ ਵੀ ਦੇਸ਼ ਦੀ. ਠੀਕ ਹੈ ਜੀ. ਨਾ ਕਿ ਇਹ ਆ ਕਿ ਉਹਦੇ ਲਈ ਕੋਈ ਮਤਲਬ ਕੀ ਆ ਉਹਨੂੰ ਕੋਈ ਦੇਣਦਾਰੀ ਦੇਣੀ ਪਊਗੀ. ਠੀਕ ਹੈ ਜੀ. ਕੋਈ ਨੈਗੇਟਿਵ ਇੰਪੈਕਟ ਨਹੀਂ ਹੈਗਾ. ਲਾਇਬਿਲਿਟੀ ਹੁੰਦਾ ਬੇਟਾ ਦੇਣਦਾਰੀ ਜਿਹਦੇ ਲਈ ਆਪਾਂ ਨੂੰ ਕੁਝ ਚੁਕਾਉਣਾ ਪਵੇ. Population becomes human capital when there is investment made in the form of education, training and medical care. ਕੀ ਕਹਿੰਦੇ ਆ? ਕਹਿੰਦੇ ਜਿਹੜੀ ਪੋਪੂਲੇਸ਼ਨ ਆ, ਜਿਹੜੀ ਜਨਸੰਖਿਆ ਹੁੰਦੀ ਆ, ਉਹ ਉਦੋਂ ਹਿਊਮਨ ਕੈਪੀਟਲ ਬਣ ਜਾਂਦੀ ਹੈ, ਮਨੁੱਖੀ ਆਮਦਨ ਬਣ ਜਾਂਦੀ ਹੈ. ਉਦੋਂ ਆਮਦਨ ਮਿਲਣ ਲੱਗ ਜਾਂਦੀ ਹੈ ਜਦੋਂ ਆਪਾਂ ਇਨਵੈਸਟ ਕਰਨਾ ਸ਼ੁਰੂ ਕਰ ਦਈਏ ਇਹਦੇ ਉੱਪਰ. ਉਹ ਜਿਹੜੀ ਇਨਵੈਸਟਮੈਂਟ ਹੈ, ਚਾਹੇ ਐਜੂਕੇਸ਼ਨ ਦੇ ਤੌਰ 'ਤੇ ਕਹਿ ਦਿਓ, ਮਤਲਬ ਪੜ੍ਹਾਈ ਦੇ ਤੌਰ 'ਤੇ ਕਹਿ ਦਿਓ, ਚਾਹੇ ਕੋਈ ਟ੍ਰੇਨਿੰਗ ਕਹਿ ਦਿਓ ਪਰਸਨਸ ਨੂੰ, ਠੀਕ ਹੈ ਜੀ, ਚਾਹੇ ਮੈਡੀਕਲ ਕੇਅਰ ਕਹਿ ਦਿਓ. ਹੁਣ ਅੱਜ ਆਪਾਂ ਪਰਸਨਸ ਨੂੰ ਟ੍ਰੇਨਿੰਗ ਦੇ ਰਹੇ ਹਾਂ ਕਿਸੇ ਕੰਮ ਲਈ, ਕੱਲ੍ਹ ਉਹ ਕੰਮ ਵੀ ਕਰਨਗੇ ਬੇਟਾ, ਉਹਦੀ ਆਊਟਪੁੱਟ ਵੀ ਤਾਂ ਆਪਾਂ ਨੂੰ ਮਿਲੇਗੀ ਨਾ. ਕਹਿੰਦੇ ਇਨਫੈਕਟ ਹਿਊਮਨ ਕੈਪੀਟਲ ਇਜ਼ ਦਾ ਸਟਾਕ ਆਫ ਸਕਿੱਲ ਐਂਡ ਪ੍ਰੋਡਕਟਿਵ ਨੌਲੇਜ ਇੰਬੈਡਿਡ ਇਨ ਦੈਮ. ਕੀ ਕਹਿੰਦੇ ਜਿਹੜੀ ਹਿਊਮਨ ਕੈਪੀਟਲ ਹੈ ਉਹ ਕੀ ਹੈ? ਉਹਦੀ ਅਸਲ ਐਗਜ਼ੈਕਟ ਡੈਫੀਨੇਸ਼ਨ ਕੀ ਆ? ਕਹਿੰਦੇ ਇੱਕ ਸਟਾਕ ਹੈ ਸਕਿੱਲਸ ਦਾ, ਗੁਣਾਂ ਦਾ ਇੱਕ ਭੰਡਾਰ ਆ. ਠੀਕ ਹੈ ਜੀ. ਜਿਹਦੇ ਵਿੱਚ ਕੀ ਹੈ? ਕਹਿੰਦੇ ਪ੍ਰੋਡਕਟਿਵ ਜਿਹੜੀ ਨੌਲੇਜ ਆ, ਕਿਸੇ ਚੀਜ਼ ਨੂੰ ਵਧੀਆ ਬਣਾਉਣ ਵਾਲੀ ਜਿਹੜੀ ਨੌਲੇਜ ਆ, ਉਹ ਤੋਂ ਵਧੀਆ ਬੈਟਰ ਪ੍ਰੋਡਿਊਸ ਕਰਨ ਵਾਲੀ ਜਿਹੜੀ ਨੌਲੇਜ ਆ, ਉਹ ਕੀ ਹੈ? ਇਹਨਾਂ ਦੇ ਅੰਦਰ ਧੁਸੀ ਹੋਈ ਆ. ਪੀਪਲ ਐਜ਼ ਰਿਸੋਰਸ is a way of referring to a country's working people in terms of their existing productive skills and abilities. Looking at the population from this productive aspect, ਕਹਿੰਦੇ ਕੀ ਕਹਿੰਦੇ ਆ? ਕਹਿੰਦੇ ਜਿਹੜੇ ਮਤਲਬ ਪੀਪਲ ਐਜ਼ ਅ ਰਿਸੋਰਸ ਕੀ ਕਹਿੰਦੇ ਆਪਾਂ ਕਹਿੰਦੇ ਹਾਂ? ਕਹਿੰਦੇ ਕੰਟਰੀ 'ਚ ਮਤਲਬ ਵਰਕਿੰਗ ਪੀਪਲ ਨੇ ਜਿਹੜੇ ਉੱਥੇ ਕੰਮ ਕਰ ਰਹੇ ਨੇਗੇ. ਠੀਕ ਹੈ ਜੀ. ਇਹ ਕੀ ਨੇਗੇ? ਉੱਥੇ ਬਣਨ ਵਾਲੀ ਕੋਈ ਵੀ ਚੀਜ਼ ਆ, ਠੀਕ ਹੈ, ਕਿੱਦਾਂ ਬਣਦੀ ਆ? ਉਹਦੇ ਸਕਿੱਲਸ ਅਤੇ ਉਹਦੀ ਅਬਿਲਿਟੀ ਦੇ ਬੇਸ ਦੇ ਉੱਪਰ ਬਣਦੀ ਆ. ਠੀਕ ਹੈ ਜੀ. ਇਹਦੇ ਨਾਲ ਕੀ ਹੁੰਦਾ? ਕਹਿੰਦੇ ਜਿਹੜੀ ਇਹਨਾਂ ਦੀ ਅਬਿਲਿਟੀ ਹੈ ਕੰਟਰੀਬਿਊਟ ਕਰਨ ਦੀ, ਹਿੱਸਾ ਲੈਣ ਦੀ, ਠੀਕ ਹੈ ਜੀ, ਕੋਈ ਵੀ ਪ੍ਰੋਡਕਟਿਵ ਚੀਜ਼ ਆ, ਤਾਂ ਇਹਦੇ ਨਾਲ ਕੀ ਹੈ? ਗ੍ਰੋਸ ਨੈਸ਼ਨਲ ਪ੍ਰੋਡਕਟ ਹੈ ਜਿਹੜਾ ਉਹਦੀ ਕ੍ਰੀਏਸ਼ਨ ਹੁੰਦੀ ਆ, ਉਹ ਬਣਦਾ. ਗ੍ਰੋਸ ਨੈਸ਼ਨਲ ਪ੍ਰੋਡਕਟ ਹੁੰਦਾ ਕੀ ਆ? ਕਹਿੰਦੇ ਇਹ ਉਹ ਵਾਲੀ ਅਮਾਊਂਟ ਹੁੰਦੀ ਆ ਥਿੰਗਸ ਦੀ ਜਿਹੜੀ ਇੱਕ ਈਅਰ ਦੇ ਵਿੱਚ ਕੋਈ ਕੰਟਰੀ ਪ੍ਰੋਡਿਊਸ ਕਰਦੀ ਹੈ. ਮਤਲਬ ਇੱਕ ਸਾਲ ਦੇ ਵਿੱਚ ਕਿੰਨੀਆਂ ਚੀਜ਼ਾਂ ਬਣੀਆਂ ਨੇ. ਠੀਕ ਹੈ ਜੀ. ਜਾਂ ਫਿਰ ਕਹਿ ਦਿਓ ਮਤਲਬ ਉਹ ਕੰਟਰੀ ਨੇ ਕਿੰਨੀ ਸਰਵਿਸ ਦਿੱਤੀ ਆ. ਲਾਈਕ ਅਦਰ ਰਿਸੋਰਸਿਸ ਪੋਪੂਲੇਸ਼ਨ ਆਲਸੋ ਇਜ਼ ਅ ਰਿਸੋਰਸ. ਬਾਕੀ ਸਾਰੇ ਰਿਸੋਰਸਾਂ ਦੀ ਤਰ੍ਹਾਂ ਜਨਸੰਖਿਆ ਵੀ ਇੱਕ ਰਿਸੋਰਸ ਆ ਜਿਹਨੂੰ ਹਿਊਮਨ ਰਿਸੋਰਸ ਦਾ ਨਾਮ ਦਿੱਤਾ ਗਿਆ. ਦਿਸ ਇਜ਼ ਦਾ ਪੋਜ਼ੀਟਿਵ ਸਾਈਡ ਆਫ ਅ ਲਾਰਜ ਪੋਪੂਲੇਸ਼ਨ ਦੈਟ ਇਜ਼ ਆਫਟਨ ਓਵਰਲੁਕਡ ਵੈਨ ਵੀ ਲੁੱਕ ਓਨਲੀ ਐਟ ਦਾ ਨੈਗੇਟਿਵ ਸਾਈਡ. ਕੀ ਕਹਿੰਦੇ? ਕਹਿੰਦੇ ਜਿਹੜਾ ਹਿਊਮਨ ਰਿਸੋਰਸਿਸ ਆ, ਮਨੁੱਖੀ ਜਿਹੜੇ ਆ ਸੋਮੇ ਨੇਗੇ, ਠੀਕ ਹੈ ਜੀ, ਇਹ ਪੋਜ਼ੀਟਿਵ ਸਾਈਡ ਆ ਜ਼ਿਆਦਾ ਜਨਸੰਖਿਆ ਦੀ. ਪੋਜ਼ੀਟਿਵ ਕੀ ਮਤਲਬ? ਇਹ ਵਧੀਆ. ਕਈ ਵਾਰ ਕੀ ਹੁੰਦਾ ਆਪਾਂ ਇਹਨੂੰ ਕਹਿੰਦੇ ਘਟੀਆ ਮੰਨ ਲੈਂਦੇ ਕਿ ਜਨਸੰਖਿਆ ਜ਼ਿਆਦਾ ਹੈ ਜੀ, ਇਹ ਤਾਂ ਘਟੀਆ ਗੱਲ ਆ, ਨੈਗੇਟਿਵ ਸਾਈਡ ਆ. ਠੀਕ ਹੈ ਜੀ. ਆਪਾਂ ਕੀ ਉਦੋਂ ਨੈਗੇਟਿਵ ਸਾਈਡ ਜਦੋਂ ਦੇਖਦੇ ਆਪਾਂ ਕੀ ਕੰਸੀਡਰ ਕਰਦੇ ਹਾਂ? ਉਦੋਂ ਕੰਸੀਡਰਿੰਗ ਓਨਲੀ ਦੀ ਪ੍ਰੋਬਲਮਸ ਆਫ ਪ੍ਰੋਵਾਈਡਿੰਗ ਦੀ ਪੋਪੂਲੇਸ਼ਨ ਵਿਦ ਫੂਡ, ਐਜੂਕੇਸ਼ਨ, ਅਸੈਸ ਟੂ ਹੈਲਥ ਫੈਸਿਲਿਟੀਜ਼. ਕੀ ਕਹਿੰਦੇ ਆ? ਕਹਿੰਦੇ ਜਿੰਨੀ ਜ਼ਿਆਦਾ ਪੋਪੂਲੇਸ਼ਨ ਹੋਊਗੀ, ਠੀਕ ਹੈ, ਉਹਨੂੰ ਜ਼ਿਆਦਾ ਆਪਾਂ ਨੂੰ ਕਹਿੰਦੇ ਫੂਡ ਪ੍ਰੋਵਾਈਡ ਕਰਵਾਉਣਾ ਪਊਗਾ, ਜ਼ਿਆਦਾ ਐਜੂਕੇਸ਼ਨ ਦੇਣੀ ਪਊਗੀ, ਜ਼ਿਆਦਾ ਮੈਡੀਕਲ ਫੈਸਿਲਿਟੀਆਂ ਦੇਣੀਆਂ ਪੈਣਗੀਆਂ. ਫਿਰ ਕੀ ਕਹਿੰਦੇ? ਕਹਿੰਦੇ ਜਦੋਂ ਜਿਹੜੇ ਇਹ ਹਿਊਮਨ ਰਿਸੋਰਸਿਸ ਨੇ ਇਹ ਫਰਦਰ ਡਿਵੈਲਪ ਕਰਦੇ ਆ, ਠੀਕ ਹੈ ਜੀ, ਅਤੇ ਇਹ ਜਦੋਂ ਇਹ ਮੋਰ ਐਜੂਕੇਟਡ ਬਣ ਜਾਂਦੇ ਆ ਅਤੇ ਮੋਰ ਹੈਲਥੀ ਬਣ ਜਾਂਦੇ ਆ, ਜ਼ਿਆਦਾ ਇਹਨਾਂ ਨੂੰ ਐਜੂਕੇਸ਼ਨ ਆ ਜਾਂਦੀ ਹੈ, ਜ਼ਿਆਦਾ ਇਹ ਸਿਹਤਮੰਦ ਹੋ ਜਾਂਦੇ ਨੇ, ਤਾਂ ਆਪਾਂ ਇਹਨੂੰ ਕੀ ਕਹਿ ਦਿੰਦੇ ਹਾਂ? ਹਿਊਮਨ ਕੈਪੀਟਲ ਫੋਰਮੇਸ਼ਨ ਕਹਿ ਦਿੰਦੇ ਹਾਂ ਇਹਨੂੰ, ਜਿਹੜੀ ਕੀ ਕਰਦੀ ਹੈ? ਪ੍ਰੋਡਕਟਿਵ ਜਿਹੜੀ ਪਾਵਰ ਆ ਕਿਸੇ ਵੀ ਕੰਟਰੀ ਦੀ, ਠੀਕ ਹੈ ਜੀ, ਉਹਨੂੰ ਵਧਾਉਂਦੀ ਆ. ਠੀਕ ਹੈ ਜੀ. ਮਤਲਬ ਕੀ ਕਹਿੰਦਾ? ਮਤਲਬ ਕੀ ਆ? ਜਦੋਂ ਵੀ ਜਿਹੜੇ ਹਿਊਮਨ ਰਿਸੋਰਸਿਸ ਨੇ ਬੇਟਾ
ਉਹ ਜਦੋਂ ਜ਼ਿਆਦਾ ਡਿਵੈਲਪ ਕਰਦੀ ਆ ਤਾਂ ਜਿਹੜੀ ਕੈਪੀਟਲ ਫਾਰਮੇਸ਼ਨ ਆ ਕਿਸੇ ਵੀ ਕੰਟਰੀ ਦੀ ਉਹ ਵੀ ਜ਼ਿਆਦਾ ਵਧੇਗੀ। ਇਨਵੈਸਟਮੈਂਟ ਇਨ ਹਿਊਮਨ ਕੈਪੀਟਲ, ਕਹਿੰਦੇ ਜਦੋਂ ਆਪਾਂ ਇਨਵੈਸਟ ਕਰਦੇ ਹਾਂ ਨਾ ਹਿਊਮਨ ਕੈਪੀਟਲ ਦੇ ਵਿੱਚ, ਇਨਵੈਸਟ ਕਿੱਦਾਂ, ਐਜੂਕੇਸ਼ਨ ਦੇ ਥਰੂ ਕਹਿ ਲਓ, ਟ੍ਰੇਨਿੰਗ ਦੇ ਥਰੂ ਕਹਿ ਲਓ, ਮੈਡੀਕਲ ਫੈਸਿਲਿਟੀਜ਼ ਦੇ ਥਰੂ ਕਹਿ ਲਓ, ਠੀਕ ਹੈ ਜੀ। ਈਲਡ ਅ ਰਿਟਰਨ ਜਸਟ ਲਾਈਕ ਇਨ ਇਨਵੈਸਟਮੈਂਟ ਇਨ ਫਿਜ਼ੀਕਲ ਕੈਪੀਟਲ। ਕੀ ਕਹਿੰਦੇ ਆ, ਕਹਿੰਦੇ ਜਦੋਂ ਇਨਵੈਸਟਮੈਂਟ ਕਰਦੇ ਹਾਂ ਹਿਊਮਨ ਕੈਪੀਟਲਸ, ਮੰਨ ਲਓ ਕੋਈ ਇਨਸਾਨ ਹੈ, ਆਪਾਂ ਉਹਨੂੰ ਪੜ੍ਹਾ ਰਹੇ ਹਾਂ, ਅੱਜ ਉਹਨੂੰ ਕੋਈ ਟ੍ਰੇਨਿੰਗ ਦੇ ਰਹੇ ਹਾਂ, ਜਿੱਥੇ ਉਹਨੂੰ ਮੈਡੀਕਲ ਫੈਸਿਲਿਟੀ ਦੀ ਜ਼ਰੂਰਤ ਹੈ ਆਪਾਂ ਉਹਨੂੰ ਮੈਡੀਕਲ ਫੈਸਿਲਿਟੀ ਦੇ ਰਹੇ ਹਾਂ, ਠੀਕ ਹੈ ਜੀ। ਤਾਂ ਕੱਲ੍ਹ ਨੂੰ ਰਿਟਰਨ ਦੇ ਵਿੱਚ ਆਪਾਂ ਨੂੰ ਵੀ ਉਹ ਬਹੁਤ ਕੁਛ ਦੇਗਾ। ਮੰਨ ਲਓ ਅੱਜ ਤੁਸੀਂ ਇੱਕ ਬੱਚੇ ਨੂੰ ਪੜ੍ਹਾ ਰਹੇ ਹੋ, ਠੀਕ ਹੈ ਜੀ, ਬੱਚੇ ਪੜ੍ਹ ਕੇ ਕੀ ਹੁੰਦੇ ਆ ਬੇਟਾ, ਕੱਲ੍ਹ ਨੂੰ ਟ੍ਰੇਨਿੰਗ ਲੈਂਦੇ ਆ, ਮੈਡੀਕਲ ਫੈਸਿਲਿਟੀ ਲੈਂਦੇ ਆ, ਕੱਲ੍ਹ ਨੂੰ ਉਹ ਖੁਦ ਅਰਨ ਕਰਨ ਲੱਗ ਜਾਂਦੇ ਆ, ਠੀਕ ਹੈ ਜੀ। ਅਰਨ ਕਰਨ ਲੱਗ ਜਾਂਦੇ ਆ ਤਾਂ ਇਹਦਾ ਮਤਲਬ ਕੀ ਹੁੰਦਾ ਹੈ ਕਿ ਕੈਪੀਟਲ ਵੱਧ ਗਈ ਨਾ। ਜੇ ਉਹਨੂੰ ਨਹੀਂ ਪੜ੍ਹਾਵਾਂਗੇ ਆਪਾਂ, ਐਜ਼ ਇਟ ਇਜ਼ ਰਹੂਗਾ ਤਾਂ ਉਹ ਉਹੀ ਕੰਮ ਕਰੂਗਾ, ਠੀਕ ਹੈ ਜੀ। ਕਹਿੰਦੇ ਦਿਸ ਕੈਨ ਬੀ ਸੀਨ ਡਾਇਰੈਕਟਲੀ ਇਨ ਦਾ ਫਾਰਮ ਆਫ ਹਾਈਅਰ ਇਨਕਮ ਅਰਨਡ ਬਿਕੋਜ਼ ਆਫ ਹਾਈਅਰ ਪ੍ਰੋਡਕਟੀਵਿਟੀ। ਇਹਨੂੰ ਆਪਾਂ ਇਸ ਤਰੀਕੇ ਨਾਲ ਲੈ ਜਾਂਦੇ ਹਾਂ, ਕਹਿੰਦੇ ਮੰਨ ਲਓ ਆਪਾਂ ਨੇ ਹਾਈਅਰ ਇਨਕਮ ਲੈਣੀ ਆ ਕਿਸੇ ਵੀ ਚੀਜ਼ ਤੋਂ, ਠੀਕ ਹੈ ਜੀ। ਕਹਿੰਦੇ ਸੌਰੀ ਹਾਈਅਰ ਇਨਕਮ ਆਪਾਂ ਨੇ ਪ੍ਰਾਪਤ ਕਰਨੀ ਆ, ਉਹ ਪ੍ਰਾਪਤ ਆਪਾਂ ਨੂੰ ਤਾਂ ਹੀ ਹੋਊਗੀ ਜੇਕਰ ਆਪਾਂ ਉਹਦੀ ਪ੍ਰੋਡਕਟੀਵਿਟੀ ਵਧੀਆ ਸਹੀ ਦੇਵਾਂਗੇ, ਠੀਕ ਹੈ ਜੀ। ਆਫ ਦਾ ਮੋਰ ਐਜੂਕੇਟਡ ਔਰ ਦਾ ਬੈਟਰ ਟ੍ਰੇਨਡ ਪਰਸਨਸ ਐਜ਼ ਵੈਲ ਐਜ਼ ਹਾਈਅਰ ਪ੍ਰੋਡਕਟੀਵਿਟੀ ਔਰ ਹੈਲਥੀਅਰ ਪੀਪਲ। ਕੀ ਕਹਿੰਦੇ ਆ, ਕਹਿੰਦੇ ਮੰਨ ਲਓ ਤੁਹਾਡੀ ਕੋਈ ਫੈਕਟਰੀ ਆ, ਉੱਥੇ ਤੁਸੀਂ ਜ਼ਿਆਦਾ ਸਕਿਲਡ ਪਰਸਨ ਹਾਇਰ ਕੀਤੇ ਹੋਏ ਆ, ਜ਼ਿਆਦਾ ਐਜੂਕੇਟਡ ਪਰਸਨ ਨੇ ਜਿਹੜੇ ਉੱਥੇ ਤੁਸੀਂ ਲਗਾਏ ਹੋਏ ਆ, ਤਾਂ ਉੱਥੋਂ ਤੁਹਾਨੂੰ ਪ੍ਰੋਡਕਟ ਦੀ ਜਿਹੜੀ ਮਤਲਬ ਕਿ ਆਊਟਪੁੱਟ ਹੈ ਉਹ ਵੀ ਜ਼ਿਆਦਾ ਮਿਲੂਗੀ, ਫਾਇਦਾ ਵੀ ਕੀ ਮਿਲੇਗਾ ਤੁਹਾਨੂੰ, ਜ਼ਿਆਦਾ ਮਿਲੂਗਾ। ਨੈਕਸਟ ਕੀ ਕਹਿੰਦੇ ਜੀ, ਨੋਟ ਓਨਲੀ ਡੂ ਮੋਰ ਐਜੂਕੇਟਡ ਐਂਡ ਦਾ ਹੈਲਥੀਅਰ ਪੀਪਲ ਗੇਨ ਥਰੂ ਹਾਈਅਰ ਇਨਕਮਸ। ਕੀ ਕਹਿੰਦੇ ਆ, ਕਹਿੰਦੇ ਜੇਕਰ ਲੋਕ ਪੜ੍ਹੇ ਲਿਖੇ ਹੋਣਗੇ ਜਾਂ ਫਿਰ ਮੈਡੀਕਲ ਮਤਲਬ ਸਿਹਤਮੰਦ ਜ਼ਿਆਦਾ ਹੋਣਗੇ ਤਾਂ ਇਹਨਾਂ ਉਹੀ ਸਿਰਫ ਮਤਲਬ ਕੀ ਆ ਉਹ ਤੋਂ ਇਨਕਮ ਨਹੀਂ ਪ੍ਰਾਪਤ ਕਰ ਸਕਦੇ, ਸੁਸਾਇਟੀ ਵੀ ਕੀ ਕਰ ਸਕਦੀ ਆ ਉਹ ਤੋਂ ਕੀ ਕਰ ਸਕਦੀ ਹੈ, ਗੇਨ ਕਰ ਸਕਦੀ ਹੈ ਇਨਡਾਇਰੈਕਟ ਵੇ ਦੇ ਨਾਲ। ਬਿਕੋਜ਼ ਕੀ ਹੋਊਗਾ, ਐਡਵਾਂਟੇਜ ਲਊਗੀ ਉਹ ਵੀ ਮੋਰ ਐਜੂਕੇਟਡ ਔਰ ਹੈਲਥੀਅਰ ਪੀਪਲ ਦੀਆਂ, ਠੀਕ ਹੈ ਜੀ। ਪੋਪੂਲੇਸ਼ਨ ਦੀਆਂ ਜਿਹੜੀ ਕਿ ਸਪਰੈਡ ਹੋਈ ਹੋਊਗੀ ਉਸ ਏਰੀਆ ਦੇ ਵਿੱਚ। ਕਹਿੰਦੇ ਨੋਟ ਡਾਇਰੈਕਟਲੀ ਐਜੂਕੇਟਡ ਔਰ ਗਿਵਨ ਹੈਲਥ ਕੇਅਰ। ਹੁਣ ਕਿੱਦਾਂ ਹੋਏਗਾ, ਮਤਲਬ ਕਿਸੇ ਏਰੀਆ ਦੇ ਵਿੱਚ ਬੇਟਾ ਜ਼ਿਆਦਾ ਪੜ੍ਹੇ ਲਿਖੇ ਲੋਕ ਨੇ, ਸਕਿਲਡ ਲੋਕ ਨੇ, ਉੱਥੇ ਜ਼ਿਆਦਾ ਡਾਕਟਰਸ ਨੇ, ਠੀਕ ਹੈ ਜੀ। ਆਪਾਂ ਅਗਰ ਬਿਮਾਰ ਪੈ ਜਾਂਦੇ ਹਾਂ ਤਾਂ ਆਪਾਂ ਨੂੰ ਜ਼ਰੂਰਤ ਪਊਗੀ ਨਾ ਉਹਨਾਂ ਦੀ, ਠੀਕ ਹੈ ਜੀ। ਤਾਂ ਆਪਾਂ ਨੂੰ ਫਾਇਦਾ ਹੋ ਰਿਹਾ ਇਨਡਾਇਰੈਕਟ ਵੇ ਦੇ ਨਾਲ, ਉਹ ਕੀ ਕਰਨਗੇ, ਆਪਣੀ ਅਰਨਿੰਗ ਕਰਨਗੇ, ਆਪਾਂ ਨੂੰ ਕੀ ਆ, ਮੈਡੀਕਲ ਫੈਸਿਲਿਟੀ ਮਿਲ ਰਹੀ ਆ ਉਹਨਾਂ ਤੋਂ। ਇਨਫੈਕਟ ਹਿਊਮਨ ਕੈਪੀਟਲ ਇਜ਼ ਵਨ ਵੇ ਸੁਪੀਰੀਅਰ ਟੂ ਅਦਰ ਰਿਸੋਰਸ ਲਾਈਕ ਲੈਂਡ ਐਂਡ ਫਿਜ਼ੀਕਲ ਕੈਪੀਟਲ। ਕੀ ਕਹਿੰਦੇ ਆ, ਕਹਿੰਦੇ ਜਿਹੜੀ ਹਿਊਮਨ ਕੈਪੀਟਲ ਹੁੰਦੀ ਆ ਇਹ ਬਾਕੀ ਸਾਰੇ ਜਿਹੜੇ ਰਿਸੋਰਸਿਸ ਨੇ, ਹਿਊਮਨ ਰਿਸੋਰਸ ਹੈ ਜਿਹੜਾ ਬਾਕੀ ਸਾਰਿਆਂ ਸਭ ਤੋਂ ਉੱਪਰ ਹੈ। ਉੱਪਰ ਕਿੱਦਾਂ, ਕਹਿੰਦੇ ਇਹੀ ਕੀ ਕਰਦਾ, ਯੂਜ਼ ਕਰਦਾ ਲੈਂਡ ਦਾ ਅਤੇ ਕੈਪੀਟਲ ਦਾ। ਹੁਣ ਮੰਨ ਲਓ ਲੈਂਡ ਹੈ ਪਈ ਆ, ਠੀਕ ਹੈ ਜੀ, ਉਹ ਰਿਸੋਰਸ ਉਹਦੀ ਹੋਊਗੀ ਬੇਟਾ ਅਗਰ ਆਪਾਂ ਆਪਣੀਆਂ ਸਕਿੱਲਸ ਯੂਜ਼ ਕਰਾਂਗੇ, ਆਪਣੇ ਮਾਈਂਡ ਨੂੰ ਯੂਜ਼ ਕਰਾਂਗੇ। ਅਗਰ ਆਪਾਂ ਉਹਨੂੰ ਕੋਈ ਯੂਜ਼ ਨਹੀਂ ਕਰ ਰਹੇ, ਉਹਦੀ ਐਜ਼ ਇਟ ਇਜ਼ ਪਈ ਹੈ, ਆਪਣੀਆਂ ਸਕਿੱਲਸ ਆਪਣਾ ਮਾਈਂਡ ਉਹ 'ਤੇ ਨਹੀਂ ਲਗਾ ਰਹੀ, ਆਪਾਂ ਨੂੰ ਕੋਈ ਬੈਨੀਫਿਟ ਮਿਲੂਗਾ ਉਹ ਤੋਂ, ਨਹੀਂ ਮਿਲੂਗਾ, ਠੀਕ ਹੈ ਜੀ। ਅਗਰ ਆਪਾਂ ਉਹਦਾ ਯੂਜ਼ ਕਰ ਰਹੇ ਹਾਂ ਆਪਦੇ ਪ੍ਰੋਡਕਟਿਵ ਵੇ ਦੇ ਨਾਲ, ਫਿਰ ਹੀ ਉਹ ਇੱਕ ਰਿਸੋਰਸ ਹੈ ਨਾ, ਠੀਕ ਹੈ ਜੀ। ਕੀ ਕਹਿੰਦੇ ਆ, ਕਹਿੰਦੇ ਲਾਸਟ ਟਾਈਮ ਮਤਲਬ ਕੀ ਹੈ, ਇੰਡੀਆ ਦੇ ਵਿੱਚ ਲਾਰਜ ਪੋਪੂਲੇਸ਼ਨ ਹੁੰਦੀ ਸੀ, ਜ਼ਿਆਦਾ ਪੋਪੂਲੇਸ਼ਨ ਹੁੰਦੀ ਸੀ, ਤਾਂ ਇਹਨੂੰ ਕੀ ਮੰਨ ਲਿਆ ਜਾਂਦਾ ਸੀ ਕਿ ਇੱਕ ਦੇਣਦਾਰੀ ਹੈ ਜੀ, ਕਿ ਉਹਨਾਂ ਨੂੰ ਖਾਣਾ ਦੇਣਾ ਪਊਗਾ ਇੰਨੀ ਪੋਪੂਲੇਸ਼ਨ ਨੂੰ, ਮਤਲਬ ਐਜੂਕੇਸ਼ਨ ਫੈਸਿਲਿਟੀ ਦੇਣੀ ਪਊਗੀ, ਗੌਰਮੈਂਟ ਦਿੰਦੀ ਹੈ ਨਾ ਐਜੂਕੇਸ਼ਨ ਫੈਸਿਲਿਟੀਜ਼, ਹੈਲਥ ਕੇਅਰ ਸਾਰਾ ਕੁਛ। ਕਹਿੰਦੇ ਬਟ ਹੁਣ ਕੀ ਹੈ, ਕਹਿੰਦੇ ਉਸ ਟਾਈਮ ਦੇ ਵਿੱਚ ਕੀ ਮੰਨਿਆ ਜਾਂਦਾ ਸੀ, ਦੇਣਦਾਇਕ ਮੰਨਿਆ ਜਾਂਦਾ ਸੀ, ਨੁਕਸਾਨਦਾਇਕ ਮੰਨਿਆ ਜਾਂਦਾ ਸੀ, ਨਾ ਕਿ ਇਹ ਮੰਨਿਆ ਜਾਂਦਾ ਸੀਗਾ ਕਿ ਜਿਹੜੀ ਐਜੂਕੇਸ਼ਨ ਆ ਉਹ ਕੀ ਹੈ, ਇੱਕ ਆਮਦਨ ਆ। ਬਟ ਐਟ ਅ ਬਟ ਕੀ ਕਹਿੰਦੇ, ਲਾਰਜ ਪੋਪੂਲੇਸ਼ਨ ਨੀਡ ਨੋਟ ਬੀ ਅ ਬਰਡਨ ਫॉर द ਇਕੋਨਮੀ। ਪਰ ਜਿਹੜੀ ਲਾਰਜ ਪੋਪੂਲੇਸ਼ਨ ਆ ਇਹ ਕੋਈ ਬਰਡਨ ਨਹੀਂ ਹੈਗੀ, ਠੀਕ ਹੈ ਜੀ। ਇਹਨੂੰ ਆਪਾਂ ਟਰਨ ਕਰ ਸਕਦੇ ਹਾਂ ਬੇਟਾ, ਬਰਡਨ ਤੋਂ ਇਹਨੂੰ ਆਪਾਂ ਪ੍ਰੋਡਕਟਿਵ ਸੰਪਤੀ ਦੇ ਵਿੱਚ, ਅਸੈਂਟ ਦੇ ਵਿੱਚ ਟਰਨ ਕਰ ਸਕਦੇ ਹਾਂ। ਕਿੱਦਾਂ ਟਰਨ ਕਰ ਸਕਦੇ ਹਾਂ, ਇਨਵੈਸਟਮੈਂਟ ਕਰੋ ਹਿਊਮਨ ਕੈਪੀਟਲ ਦੇ ਵਿੱਚ, ਠੀਕ ਹੈ ਜੀ। ਵਾਈ ਸਪੈਂਡਿੰਗ ਰਿਸੋਰਸ ਔਨ ਐਜੂਕੇਸ਼ਨ ਐਂਡ ਹੈਲਥ ਫॉर ਆਲ, ਟ੍ਰੇਨਿੰਗ ਔਰ ਇੰਡਸਟਰੀਅਲ ਐਂਡ ਐਗਰੀਕਲਚਰ ਵਰਕਰ ਇਨ ਦਾ ਯੂਜ਼ ਆਫ ਮਾਡਰਨ ਟੈਕਨੋਲੋਜੀ। ਕੀ ਕਹਿੰਦੇ ਆ, ਕਹਿੰਦੇ ਵਧੀਆ ਪੜ੍ਹਾਈ 'ਤੇ ਰਿਸੋਰਸ ਸਪੈਂਡ ਕਰੋ, ਹੈਲਥ ਨੂੰ ਵਧੀਆ ਰੱਖੋ, ਟ੍ਰੇਨਿੰਗ ਲਗਾਓ ਇੰਡਸਟਰੀਅਲ ਜਾਂ ਫਿਰ ਜਿਹੜੇ ਵੀ ਐਗਰੀਕਲਚਰ ਵਰਕਰਸ ਨੇ ਉਹਨਾਂ ਨੂੰ ਟ੍ਰੇਨਿੰਗ ਦਿਓ, ਠੀਕ ਹੈ ਜੀ, ਕਿ ਉਹ ਮਾਡਰਨ ਟੈਕਨੋਲੋਜੀ ਨੂੰ ਯੂਜ਼ ਕਰ ਸਕਣ,
ਕਹਿੰਦੇ ਨੀਚੇ ਦੋ ਐਗਜ਼ਾਮਪਲਾਂ ਦਿੱਤੀਆਂ ਨੇ, ਦੋ ਬॉयਜ਼ ਨੇ ਬੇਟਾ, ਇੱਕ ਹੈ ਸਾਈਕਲ। ਸਾਈਕਲ ਕੀ ਕਹਿੰਦਾ, ਕਹਿੰਦੇ ਇਹ ਦੋ ਫਰੈਂਡਸ ਹੁੰਦੇ ਆ, ਠੀਕ ਹੈ ਜੀ। ਇੱਕ ਦਾ ਨਾਮ ਹੈ ਵਿਲਾਸ, ਇੱਕ ਦਾ ਨਾਮ ਹੈ ਸਾਈਕਲ। ਹੁਣ ਬੇਟਾ ਕਹਿੰਦੇ ਦੋਨੋਂ ਇਹ ਸੇਮ ਵਿਲੇਜ 'ਚ ਰਹਿੰਦੇ ਆ। ਸਾਈਕਲ ਹੈ ਜਿਹੜਾ 12 ਸਾਲ ਦਾ, ਉਹਦੀ ਮਦਰ ਆ ਜਿਹੜੀ, ਠੀਕ ਹੈ ਜੀ, ਉਹ ਡੋਮੈਸਟਿਕ ਕੰਮ ਕਰਦੀ ਹੈ, ਘਰੇਲੂ ਕੰਮ ਕਰਦੀ ਹੈ। ਬਟ ਜਿਹੜੇ ਉਹਦੇ ਫਾਦਰ ਸਾਹਿਬ ਨੇਗੇ ਉਹ ਐਗਰੀਕਲਚਰ ਫੀਲਡ ਦੇ ਵਿੱਚ ਕੰਮ ਕਰਦੇ ਆ, ਠੀਕ ਹੈ ਜੀ। ਜਿਹੜਾ ਸਾਈਕਲ ਹੈ ਬੇਟਾ ਉਹ ਆਪਣੀ ਮਦਰ ਦੀ ਹੈਲਪ ਕਰਦਾ ਜਿਹੜੇ ਵੀ ਡੋਮੈਸਟਿਕ ਕੰਮ ਹੁੰਦੇ ਆ, ਠੀਕ ਹੈ ਜੀ। ਪਲੱਸ ਉਹਦਾ ਛੋਟਾ ਬ੍ਰਦਰ ਹੁੰਦਾ, ਉਹਦੀ ਕੇਅਰ ਕਰਦਾ ਅਤੇ ਉਹਦੀ ਸਿਸਟਰ ਦੀ ਕੇਅਰ ਕਰਦਾ। ਜਿਹੜੇ ਉਹਦੇ ਮਤਲਬ ਅੰਕਲ ਹੁੰਦੇ ਆ, ਛੋਟੇ ਅੰਕਲ ਹੁੰਦੇ ਆ, ਠੀਕ ਹੈ ਜੀ, ਉਹਨਾਂ ਨੇ ਮਤਲਬ ਮੈਟ੍ਰਿਕ ਪਾਸ ਕੀਤੀ ਹੁੰਦੀ ਆ, ਕਹਿੰਦੇ ਪਰ ਕੀ ਆ ਘਰੇ ਵਿਹਲੇ ਬੈਠੇ ਹੁੰਦੇ ਆ, ਠੀਕ ਹੈ ਜੀ, ਉਹਨਾਂ ਕੋਲ ਕੋਈ ਜੋਬ ਨਹੀਂ ਹੁੰਦੀ। ਬੂਟਾ ਐਂਡ ਕਹਿੰਦੇ ਉਹ ਕੀ ਕਰਦੇ ਆ, ਦੋਨੋਂ ਕੀ ਕਰਦੇ ਆ, ਬੂਟਾ ਐਂਡ ਸ਼ੀਲਾ ਦੋਨੋਂ ਕੀ ਕਰਦੇ ਆ, ਬੱਚੇ ਨੂੰ ਪੜ੍ਹਾਉਂਦੇ ਆ, ਠੀਕ ਹੈ ਜੀ। ਸਾਈਕਲ ਨੂੰ ਪੜ੍ਹਾਉਣਾ ਚਾਹੁੰਦੇ ਆ, ਉਹਨੂੰ ਫੋਰਸ ਕਰਦੇ ਆ ਕਿ ਜਿਹੜਾ ਪਿੰਡ ਦਾ ਜਿਹੜਾ ਸਕੂਲ ਆ ਉਹ ਜੁਆਇਨ ਕਰ ਲਈ, ਠੀਕ ਹੈ ਜੀ। ਉਹਨੇ ਪੜ੍ਹਨਾ ਜੁਆਇਨ ਕਰਤਾ ਬੇਟਾ ਜੀ, ਅਤੇ ਆਪਣੀ ਜਿਹੜੀ ਹਾਈਅਰ ਸੈਕੰਡਰੀ ਐਜੂਕੇਸ਼ਨ ਆ ਉਹਨੇ ਕੰਪਲੀਟ ਕਰ ਲਈ ਆ, ਠੀਕ ਹੈ ਜੀ। ਫਿਰ ਉਹਦੇ ਫਾਦਰ ਨੇ ਜਿਹੜੇ ਉਹਨੂੰ ਕਹਿੰਦੇ ਆ ਵੀ ਤੂੰ ਸਟੱਡੀ ਕੰਟੀਨਿਊ ਰੱਖ, ਅਤੇ ਉਹਨੇ ਇੱਕ ਲੋਨ ਲੈ ਲਿਆ ਸਾਈਕਲ ਦੀ ਸਟੱਡੀ ਦੇ ਲਈ ਕਿ ਉਹ ਇੱਕ ਵੋਕੇਸ਼ਨਲ ਕੋਰਸ ਕਰ ਲਏ ਕੰਪਿਊਟਰ ਦੇ ਵਿੱਚ। ਵੋਕੇਸ਼ਨਲ ਕੋਰਸ ਹੁੰਦਾ ਬੇਟਾ ਜਿਹੜਾ ਪ੍ਰੈਕਟੀਕਲ ਸਟੱਡੀ ਆ, ਠੀਕ ਹੈ ਜੀ। ਅਤੇ ਸਾਈਕਲ ਕੀ ਕਰਦਾ ਹੁਣ, ਕਹਿੰਦੇ ਮਤਲਬ ਕੀ ਆ ਉਹ ਇੰਟਰਸਟ ਰੱਖਦਾ ਸੀ ਸਟੱਡੀ 'ਚ, ਅਤੇ ਇੰਟੈਲੀਜੈਂਟ ਵੀ ਸੀਗਾ ਸ਼ੁਰੂ 'ਚੋਂ ਹੀ। ਕਹਿੰਦੇ ਇਸੇ ਕਰਕੇ ਕੀ ਕੀਤਾ ਉਹਨੇ, ਇਹ ਵਾਲਾ ਕੋਰਸ ਸੀਗਾ ਜਿਹੜਾ ਇਹ ਜਲਦੀ ਕੰਪਲੀਟ ਕਰ ਲਿਆ, ਠੀਕ ਹੈ ਜੀ। ਥੋੜ੍ਹੇ ਟਾਈਮ ਬਾਅਦ ਉਹਨੂੰ ਇੱਕ ਜੋਬ ਮਿਲ ਜਾਂਦੀ ਆ ਪ੍ਰਾਈਵੇਟ ਕੰਪਨੀ ਦੇ ਵਿੱਚ। ਤਾਂ ਉਹ ਉੱਥੇ ਕੀ ਕਰਦੇ, ਨਿਊ ਟਾਈਪ ਦੇ, ਹੁਣ ਜਦੋਂ ਪਹਿਲਾਂ ਉਹਨੇ ਕੰਪਿਊਟਰ ਦਾ ਵੋਕੇਸ਼ਨਲ ਕੋਰਸ ਕੀਤਾ ਹੁੰਦਾ, ਨਿਊ ਟਾਈਪ ਦੇ ਸੋਫਟਵੇਅਰ ਉਹ ਬਣਾਉਂਦਾ। ਕਹਿੰਦੇ ਜਿਹੜੇ ਇਹ ਸੀਗੇ ਮਤਲਬ ਇਸ ਤਰ੍ਹਾਂ ਕੀ ਹੋ ਗਿਆ, ਕਹਿੰਦੇ ਇਹ ਸੋਫਟਵੇਅਰ ਕਾਹਦੇ ਵਿੱਚ ਇਨਕਰੀਜ਼ ਕਰ ਕੀ 'ਚ ਹੈਲਪ ਕਰਦੇ ਸੀ, ਕਹਿੰਦੇ ਇਹ ਇਨਕਰੀਜ਼ ਕਰਦੇ ਸੀਗੇ ਸੇਲ ਆਫ ਫਿਰਮ, ਮਤਲਬ ਕੋਈ ਕੰਪਨੀ ਆ ਉਹਦੀ ਜਿਹੜੀ ਸੇਲ ਸੀਗਾ, ਆਪਾਂ ਕੁਛ ਵੇਚਦੇ ਹੁੰਦੇ ਹਾਂ, ਉਹਨੂੰ ਇਨਕਰੀਜ਼ ਕਰਦੇ ਸੀ। ਇਸ ਤਰ੍ਹਾਂ ਦਾ ਸੋਫਟਵੇਅਰ ਉਹਨੇ ਬਣਾਇਆ ਸੀਗਾ। ਜਿਹੜਾ ਉਹਦਾ ਬੌਸ ਸੀਗਾ ਉਹਨੇ ਉਹਦੀ ਇਹ ਸਰਵਿਸ ਲਈ, ਇਹ ਸੋਫਟਵੇਅਰ ਦੇ ਲਈ ਉਹਨੂੰ ਇਨਾਮ ਵੀ ਦਿੱਤਾ, ਪਲੱਸ ਉਹਦੀ ਕੀ ਕਰਤੀ ਬੇਟਾ, ਉਹਦੀ ਪ੍ਰਮੋਸ਼ਨ ਕਰ